ਵੈਲਕਮ ਟੂ ਮਾਈ YouTube ਚੈਨਲ। ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਕਲਾਸ 9th ਦਾ ਚੈਪਟਰ ਨੰਬਰ 6 ਲਾਈਨ ਐਂਡ ਐਂਗਲ, ਜਿਸ ਦੇ ਵਿੱਚ ਆਪਾਂ ਅੱਜ ਇਸ ਦੀ ਇੰਟਰੋਡਕਸ਼ਨਸ ਕਰਾਂਗੇ। ਇੰਟਰੋਡਕਸ਼ਨਸ ਦੇ ਵਿੱਚ ਕੀ ਹੈ, ਕੁਝ ਬੇਸਿਕ ਕਨਸੈਪਟ ਨੇ ਜੋ ਤੁਹਾਡੇ ਨਾਲ ਅੱਜ ਮੈਂ ਸਾਂਝੇ ਕਰਾਂਗਾ। ਜਿਹੜੇ ਬੱਚਿਆਂ ਨੂੰ ਇਹ ਬੇਸਿਕ ਕਨਸੈਪਟ ਸਮਝ ਆਉਣਗੇ ਤਾਂ ਕੁਐਸਚਨ ਬਹੁਤ ਈਜ਼ੀਲੀ ਵੇ ਦੇ ਨਾਲ ਕੀ ਹੈ ਕਰ ਸਕਣਗੇ। ਸਭ ਤੋਂ ਪਹਿਲਾਂ ਜੋ ਬੇਸਿਕ ਕਨਸੈਪਟ ਦੇ ਵਿੱਚ ਆਪਾਂ ਲਾਈਨਸ ਸਮਝਦੇ ਹਾਂ। ਲਾਈਨ ਦੇ ਵਿੱਚ 3 ਟਾਈਪਸ ਦੀਆਂ ਲਾਈਨਸ ਹੁੰਦੀਆਂ ਨੇ। ਤਾਂ ਸਭ ਤੋਂ ਪਹਿਲਾਂ ਮੈਂ ਲਾਈਨ ਦੀ ਗੱਲ ਕਰਦਾ। ਲਾਈਨ ਕੀ ਹੁੰਦੀ ਹੈ? ਲਾਈਨ ਉਹ ਚੀਜ਼ ਹੁੰਦੀ ਹੈ ਜਿਹੜੀ ਕੰਟੀਨਿਊਸਲੀ ਕੀ ਹੈ ਜੀ ਚੱਲੀ ਜਾਂਦੀ ਹੈ, ਯਾਨੀ ਕਿ ਉਹ ਇੱਧਰਲੀ ਸਾਈਡ ਵੀ ਚੱਲ ਰਹੀ ਹੈ, ਇੱਧਰਲੀ ਸਾਈਡ ਵੀ ਚੱਲ ਰਹੀ ਹੈ। ਜੇ ਮੈਂ ਲਾਈਵ ਐਗਜ਼ਾਮਪਲ ਦਈਏ, ਜੇ ਆਪਾਂ ਕਿਤੇ ਬਾਹਰ ਖੜੇ ਹੋਈਏ, ਜੇ ਆਪਾਂ ਆਪਣੇ ਦੋਨੇ ਬਾਹਾਂ ਨੂੰ ਸਿੱਧਾ ਕਰ ਲਈਏ ਤਾਂ ਉਹ ਬਾਹਾਂ ਦੋਨੇ ਸਾਈਡ ਕੀ ਹੈ ਉਹ ਚੱਲੀ ਜਾ ਰਹੀਆਂ ਨੇ। ਜੇ ਆਪਾਂ ਕਹਿੰਦੇ ਰੇਲ ਦੀ ਪਟੜੀ ਤੇ ਖੜ ਜਾਈਏ, ਉਹ ਇੱਧਰ ਵੀ ਚੱਲ ਰਹੀ ਹੈ, ਉੱਧਰ ਵੀ ਚੱਲ ਰਹੀ ਹੈ। ਜਿਸ ਦਾ ਕੋਈ ਐਂਡ ਪੁਆਇੰਟ ਨਾ ਹੋਵੇ ਉਸ ਨੂੰ ਕੀ ਬੋਲਦੇ ਹਾਂ ਜੀ ਆਪਾਂ? ਲਾਈਨ ਬੋਲਦੇ ਹਾਂ। ਜੇ ਆਪਾਂ ਕਹਿ ਦਈਏ ਵੀ ਇੱਕ ਪੁਆਇੰਟ ਤੋਂ ਸਟਾਰਟ ਹੋ ਰਹੀ ਹੈ, ਦੂਜੇ ਪੁਆਇੰਟ ਤੇ ਕੀ ਹੈ ਜੀ ਖਤਮ ਹੋ ਰਹੀ ਹੈ, ਵੀ ਇੱਥੋਂ A ਪੁਆਇੰਟ ਤੋਂ ਸਟਾਰਟ ਹੋਈ B ਪੁਆਇੰਟ ਤੇ ਖਤਮ ਹੋਈ, ਉਹਨੂੰ ਬੋਲਦੇ ਆ ਜੀ ਲਾਈਨ ਸੈਗਮੈਂਟ। ਠੀਕ ਹੈ, ਯਾਨੀ ਕਿ ਇੱਕ ਪੁਆਇੰਟ ਤੋਂ ਸਟਾਰਟ ਹੋਈ, ਦੂਸਰੀ ਪੁਆਇੰਟ ਤੇ ਤੁਹਾਡੀ ਲਾਈਨ ਕੀ ਹੈ ਜੀ ਖਤਮ ਹੋ ਗਈ, ਉਸ ਨੂੰ ਕੀ ਬੋਲਦੇ ਆ ਆਪਾਂ? ਲਾਈਨ ਸੈਗਮੈਂਟ ਬੋਲਦੇ ਆ। ਤੇ ਜੋ ਦੋਨਾਂ ਪਾਸੇ ਕੰਟੀਨਿਊਸਲੀ ਚੱਲ ਰਹੀ ਹੈ ਲਾਈਨ, ਲੈਫਟ ਹੈਂਡ ਸਾਈਡ ਵੀ ਚੱਲ ਰਹੀ ਹੈ, ਰਾਈਟ ਹੈਂਡ ਸਾਈਡ ਵੀ ਚੱਲ ਰਹੀ ਹੈ, ਕੰਟੀਨਿਊਸਲੀ ਚੱਲੀ ਜਾ ਰਹੀ ਹੈ, ਜਿਸ ਦਾ ਨਾ ਹੀ ਕੋਈ ਐਂਡ ਪੁਆਇੰਟ ਹੈ ਨਾ ਹੀ ਕੋਈ ਸਟਾਰਟਿੰਗ ਪੁਆਇੰਟ ਹੈ, ਉਸ ਨੂੰ ਆਪਾਂ ਕੀ ਬੋਲਦੇ ਹਾਂ ਜੀ? ਲਾਈਨ ਬੋਲਦੇ ਹਾਂ। ਜਿਹਦਾ ਸਟਾਰਟਿੰਗ ਪੁਆਇੰਟ ਵੀ ਹੈ, ਐਂਡ ਪੁਆਇੰਟ ਵੀ, ਉਹਨੂੰ ਕੀ ਬੋਲਦੇ ਹਾਂ ਜੀ ਆਪਾਂ? ਲਾਈਨ ਸੈਗਮੈਂਟ ਬੋਲਦੇ ਹਾਂ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਇੰਟਰਸੈਕਟ ਲਾਈਨ। ਜਦੋਂ ਦੋ ਲਾਈਨਾਂ ਇੱਕ ਪੁਆਇੰਟ ਦੇ ਉੱਤੇ ਕੱਟ ਕਰਦੀਆਂ ਨੇ, ਮੰਨ ਲਓ ਇਸ ਪੁਆਇੰਟ ਦੇ ਉੱਤੇ ਕੱਟ ਕਰ ਰਹੀਆਂ ਨੇ, ਤੁਹਾਡੇ ਕੋਲੇ ਦੋ ਲਾਈਨਸ ਨੇ ਇੱਕ ਪੁਆਇੰਟ ਦੇ ਉੱਤੇ ਕੱਟ ਕਰਦੀਆਂ ਨੇ, ਤਾਂ ਉਹਨਾਂ ਨੂੰ ਕੀ ਬੋਲਦੇ ਹਾਂ ਜੀ ਆਪਾਂ? ਲਾਈਨ ਇੰਟਰਸੈਕਟ ਲਾਈਨ ਬੋਲਦੇ ਹਾਂ। ਯਾਨੀ ਕਿ ਇਸ ਨਾਮ ਤੇ ਤਾਂ P ਦੇਖੋ, ਇੱਕ ਆਹ ਲਾਈਨ ਜਾ ਰਹੀ ਹੈ ਲਾਈਨ ਸੈਗਮੈਂਟ, ਇੱਕ ਆਹ ਜਾ ਰਹੀ ਹੈ ਲਾਈਨ ਸੈਗਮੈਂਟ, ਇਹ ਇੱਕ ਪੁਆਇੰਟ ਦੇ ਉੱਤੇ ਕੱਟ ਕਰ ਗਈ, ਤਾਂ ਇਸ ਨੂੰ ਕੀ ਬੋਲਾਂਗੇ ਜੀ ਆਪਾਂ? ਇੰਟਰਸੈਕਟਿੰਗ ਲਾਈਨ। ਉਸ ਤੋਂ ਬਾਅਦ ਆ ਗਿਆ ਜੀ ਪੈਰਲਲ ਲਾਈਨਸ। ਪੈਰਲਲ ਲਾਈਨਸ ਦੇ ਵਿੱਚ ਕੀ ਹੁੰਦੀਆਂ? ਦੋ ਲਾਈਨਸ ਜਾ ਰਹੀਆਂ ਤੁਹਾਡੀਆਂ, ਇਹ ਜਿਹੜੀਆਂ ਦੋ ਲਾਈਨਸ ਨੇ ਇਹ ਬਿਲਕੁਲ ਹੀ ਪੈਰਲਲ ਹੋਣਗੀਆਂ। ਪੈਰਲਲ ਦਾ ਮਤਲਬ ਇਹਨਾਂ ਦਾ ਆਹ ਵਾਲਾ ਜਿਹੜਾ ਡਿਸਟੈਂਸ ਹੈ ਇਹ ਹੋਊਗਾ ਜੀ ਇਕੁਅਲ। ਤੁਸੀਂ ਇਹਨੂੰ ਕਿਤੋਂ ਮਰਜ਼ੀ ਮੈਜ਼ਰਮੈਂਟ ਕਰ ਸਕਦੇ ਹੋ, ਚਾਹੇ ਤੁਸੀਂ ਇੱਥੋਂ ਕਰ ਰਹੇ ਹੋ ਚਾਹੇ ਇੱਥੋਂ ਕਰ ਰਹੇ ਹੋ। ਇਹਨਾਂ ਦਾ ਜਿਹੜਾ ਡਿਸਟੈਂਸ ਹੈ ਦੋ ਲਾਈਨਸ ਦਾ, ਯਾਨੀ ਕਿ M ਤੇ N ਵਾਲੀ ਲਾਈਨ ਦਾ ਜਿਹੜਾ ਡਿਸਟੈਂਸ ਹੈ ਉਹ ਬਿਲਕੁਲ ਇਕੁਅਲ ਹੀ ਹੋਏਗਾ। ਇਹਨਾਂ ਦੇ ਵਿੱਚ ਕੋਈ ਵੀ ਡਿਸਟੈਂਸ ਇੱਦਾਂ ਨਹੀਂ ਵੀ ਇੱਥੋਂ ਹੀ ਘੱਟ ਹੈ ਇੱਥੋਂ ਜ਼ਿਆਦਾ। ਫੋਰ ਐਗਜ਼ਾਮਪਲ ਇਹਦੀ ਆਪਾਂ ਲਾਈਵ ਐਗਜ਼ਾਮਪਲ ਦੇ ਸਕਦੇ ਹਾਂ। ਜਿਹੜੀ ਟ੍ਰੇਨ ਦੀ ਪਟੜੀ ਹੁੰਦੀ ਹੈ ਉਹ ਦੋਨਾਂ ਦੇ ਵਿੱਚ ਕੀ ਹੈ ਜੀ ਬਰਾਬਰ ਡਿਸਟੈਂਸ ਹੁੰਦਾ। ਮੰਨ ਲਓ ਮੇਰੇ ਕੋਲ ਸਕੇਲ ਹੈ, ਠੀਕ ਹੈ, ਜਿੰਨਾ ਡਿਸਟੈਂਸ ਇੱਧਰ ਹੈ ਉਨੀ ਡਿਸਟੈਂਸ ਹੈ, ਤਾਂ ਇੱਥੋਂ ਵੀ ਸੇਮ ਹੈ ਇੱਥੋਂ ਵੀ ਸੇਮ ਹੈ, ਯਾਨੀ ਕਿ ਦੋ ਲਾਈਨਾਂ ਪੈਰਲਲ ਜਾ ਰਹੀਆਂ ਨੇ। ਠੀਕ ਹੈ, ਇਹਨਾਂ ਦੇ ਆਹ ਵਿਚਕਾਰ ਵਾਲਾ ਡਿਸਟੈਂਸ ਕੀ ਹੈ? ਬਿਲਕੁਲ ਇਕੁਅਲ ਹੈ ਜੀ। ਇਹਨੂੰ ਕੀ ਬੋਲਾਂਗੇ ਜੀ ਆਪਾਂ? ਪੈਰਲਲ ਲਾਈਨ। ਉਸ ਤੋਂ ਬਾਅਦ ਆ ਗਿਆ ਜੀ ਪਰਪੈਂਡੀਕੂਲਰ। ਪਰਪੈਂਡੀਕੂਲਰ ਕਿਹਨੂੰ ਕਹਿੰਦੇ ਨੇ? ਇੱਕ ਸਟ੍ਰੇਟ ਲਾਈਨ ਹੈ, ਉਸ ਸਟ੍ਰੇਟ ਲਾਈਨ ਦੇ ਉੱਤੇ ਬਿਲਕੁਲ ਇੱਕ ਸਟ੍ਰੇਟ ਐਂਗਲ, ਮਤਲਬ ਕਿ ਇੱਕ ਸਟ੍ਰੇਟ ਲਾਈਨ ਮੈਂ ਇੱਦਾਂ ਡਰਾਅ ਕਰਦਾ, ਇੱਕ ਸਟ੍ਰੇਟ ਲਾਈਨ ਕੀ ਹੈ ਡਰਾਅ ਕਰਤੀ, ਇੱਕ ਆ ਲਾਈਨ ਜਾ ਰਹੀ ਸੀ ਬਿਲਕੁਲ ਸਟ੍ਰੇਟ, ਇਹਦੇ ਤੇ ਮੈਂ ਇੱਕ ਲਾਈਨ ਡਰਾਅ ਕਰਤੀ, ਤਾਂ ਜਿਹੜਾ ਤੁਹਾਡਾ ਆਹ ਵਾਲਾ ਐਂਗਲ ਹੁੰਦਾ ਇਹ ਕਿੰਨੇ ਦਾ ਹੋਏਗਾ ਜੀ? 90 ਦਾ। ਜਿਹੜੀ ਤੇ ਤੁਹਾਡੀ ਬਿਲਕੁਲ ਸਟ੍ਰੇਟ ਲਾਈਨ ਦੇ ਉੱਤੇ ਹੈ ਇਹਨੂੰ ਬੋਲਦੇ ਆਪਾਂ ਪਰਪੈਂਡੀਕੂਲਰ। ਪਰਪੈਂਡੀਕੂਲਰ ਹਮੇਸ਼ਾ ਕਿੰਨੇ ਦਾ ਹੋਏਗਾ ਜੀ? 90 ਦਾ। ਇੱਧਰੋਂ ਵੀ 90 ਦਾ, ਇਹ ਇੱਧਰਲੀ ਸਾਈਡ ਤੋਂ ਵੀ ਕਿੰਨੇ ਦਾ? 90 ਦਾ ਐਂਗਲ ਹੈ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਆਪਾਂ ਐਂਗਲਸ ਦੀ। ਤੁਹਾਡਾ ਲਾਈਨਸ ਵਾਲਾ ਕੰਸੈਪਟ ਇੱਥੇ ਖਤਮ ਹੋ ਗਿਆ। 3 ਪੁਆਇੰਟ ਹੋਣਗੇ, ਇੰਟਰਸੈਕਟਿੰਗ ਲਾਈਨ, ਪੈਰਲਲ ਲਾਈਨਸ ਤੇ ਪਰਪੈਂਡੀਕੂਲਰ ਲਾਈਨਸ। ਉਸ ਤੋਂ ਬਾਅਦ ਗੱਲ ਕਰਦੇ ਹਾਂ ਐਂਗਲਸ। ਐਂਗਲਸ ਦੇ ਵਿੱਚ ਦੇਖੋ, ਐਂਗਲ ਦੇ ਵਿੱਚ ਜਿਹੜੀਆਂ ਟਾਈਪਸ ਨੇ ਕਾਫੀ ਜ਼ਿਆਦਾ ਨੇ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਵੀ ਐਂਗਲਸ ਹੁੰਦਾ ਕੀ ਹੈ ਜੀ। ਇੱਕ ਚੀਜ਼ ਹੁੰਦੀ ਹੈ ਰੇ। ਰੇ ਆਪਾਂ ਲਾਸਟ ਕਲਾਸਿਸ ਦੇ ਵਿੱਚ ਪੜ੍ਹ ਕੇ ਆਏ। ਰੇ ਕੀ ਹੁੰਦਾ? ਜਿਹਦਾ ਇੱਕ ਸਟਾਰਟਿੰਗ ਪੁਆਇੰਟ ਹੁੰਦਾ ਬਟ ਉਹਦਾ ਇੱਕ ਐਂਡ ਪੁਆਇੰਟ ਨਹੀਂ ਹੁੰਦਾ। ਸਟਾਰਟਿੰਗ ਪੁਆਇੰਟ ਹੁੰਦਾ ਬਟ ਉਹਦਾ ਐਂਡ ਪੁਆਇੰਟ ਨਹੀਂ ਹੁੰਦਾ। ਫੋਰ ਐਗਜ਼ਾਮਪਲ ਸਨ, ਦੇਖੋ ਸੂਰਜ ਇੱਥੇ ਹੈ, ਸੂਰਜ ਤੋਂ ਲਾਈਟ ਆ ਰਹੀ ਹੈ, ਸੂਰਜ ਤੋਂ ਲਾਈਟ ਆ ਰਹੀ ਹੈ ਬਟ ਉਹਦਾ ਕੋਈ ਐਂਡ ਪੁਆਇੰਟ ਨਹੀਂ ਹੈਗਾ। ਇੱਥੋਂ ਸਟਾਰਟ ਹੋਈ ਲਾਈਟ ਇੱਥੇ ਖਤਮ ਹੋ ਗਈ, ਉਹਨੂੰ ਬੋਲਦੇ ਆ ਰੇ। ਹੁਣ ਰੇ ਐਂਗਲ ਦੇ ਵਿੱਚ ਕਿਵੇਂ ਯੂਜ਼ ਹੈ? ਮੰਨ ਲਓ ਇੱਕ ਰੇ ਹੈ, ਇੱਥੋਂ ਸਟਾਰਟਿੰਗ ਹੋ ਕੇ ਇੱਧਰ ਨੂੰ ਗਈ, ਜਦੋਂ ਤੁਸੀਂ ਇਸ ਦੇ ਨਾਲ ਇੱਕ ਰੇ ਹੋਰ ਐਡ ਕਰਤੀ, ਦੋ ਰੇ ਆਪਸ ਦੇ ਵਿੱਚ ਜਦੋਂ ਜੁਆਇੰਟ ਹੋਈਆਂ ਇੱਕੋ ਹੀ ਪੁਆਇੰਟ ਤੋਂ, ਜਿਹੜਾ ਇਹਦਾ ਆਹ ਵਾਲਾ ਚੀਜ਼ ਹੈ ਇਹਨੂੰ ਬੋਲਦੇ ਆ ਐਂਗਲ। ਯਾਨੀ ਕਿ ਇੱਕ ਰੇ ਆ ਸੀ ਇੱਕ ਰੇ ਆ ਸੀ, ਜਿਹੜਾ ਇਹਨਾਂ ਦੇ ਵਿਚਕਾਰਲਾ ਆਹ ਵਾਲਾ ਡਿਸਟੈਂਸ ਹੈ ਉਹਨੂੰ ਕੀ ਬੋਲਦੇ ਹਾਂ ਜੀ ਆਪਾਂ? ਐਂਗਲ ਬੋਲਦੇ ਹਾਂ। ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਜ਼ੀਰੋ ਐਂਗਲ। ਜ਼ੀਰੋ ਐਂਗਲ ਕੀ ਹੈ? ਜ਼ੀਰੋ ਐਂਗਲ ਕੀ ਹੈ? ਦੇਖੋ ਧਿਆਨ ਦਿਓ, ਆਹ ਇੱਕ ਰੇ ਹੈ, ਠੀਕ ਹੈ, ਜਿਹੜੀ ਦੂਸਰੀ ਰੇ ਹੈ ਉਹ ਵੀ ਇਹਦੇ ਉੱਪਰ ਹੀ ਹੈ। ਹੁਣ ਇੱਥੇ ਕੀ ਸੀ? ਐਂਗਲ ਸੀ ਵੀ ਇਹਨਾਂ ਦੋਨਾਂ ਦੇ ਵਿਚਕਾਰ ਆਹ ਡਿਸਟੈਂਸ ਸੀ। ਜਿਹੜੀ ਪਹਿਲੀ ਰੇ ਸੀ ਉਸੇ ਰੇ ਦੇ ਉੱਤੇ ਦੂਸਰੀ ਰੇ ਆ ਗਈ, ਐਂਗਲ ਤਾਂ ਕੋਈ ਬਣਿਆ ਨਹੀਂ। ਇਹਦਾ ਮਤਲਬ ਇਹ ਐਂਗਲ ਕਿੰਨੇ ਦਾ ਹੋ ਗਿਆ ਜੀ? ਜ਼ੀਰੋ ਦਾ।
ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਜੇ ਗੱਲ ਕਰਦੇ ਹਾਂ ਅਕਿਊਟ ਐਂਗਲ। ਅਕਿਊਟ ਐਂਗਲ ਕੀ ਹੋਏਗਾ, ਇੱਕ ਰੇ ਆ ਜਾ ਰਹੀ ਹੈ, ਠੀਕ ਹੈ, ਇੱਕ ਐਂਗਲ ਤੁਹਾਡਾ ਮੰਨ ਲਓ ਆ 90 ਦਾ ਐਂਗਲ ਆ ਗਿਆ, ਪਰਪੈਂਡੀਕੂਲਰ ਆ ਗਿਆ, ਇੱਕ ਰੇ ਆ ਗਿਆ। ਜਿਹੜੇ ਵੀ ਅਕਿਊਟ ਐਂਗਲ ਹੋਣਗੇ ਉਹ ਹਮੇਸ਼ਾ 90 ਤੋਂ ਛੋਟੇ ਹੋਣਗੇ, ਸਮਾਲ ਹੋਣਗੇ 90 ਤੋਂ, ਯਾਨੀ ਕਿ ਇਹ 90 ਦੇ ਇਕੁਅਲ ਨਹੀਂ ਹੋਣਗੇ। 90 ਤੋਂ ਜਿੰਨੇ ਵੀ ਇੱਧਰ ਸਾਰੇ ਐਂਗਲਸ ਨੇ ਉਹ ਸਾਰੇ ਐਂਗਲਸ ਨੂੰ ਕੀ ਬੋਲਾਂਗੇ ਜੀ ਆਪਾਂ, ਅਕਿਊਟ ਐਂਗਲ ਬੋਲਾਂਗੇ, ਯਾਨੀ ਕਿ ਸਮਾਲ ਹੋਣਗੇ ਜੀ ਇਹ 90 ਦੇ ਐਂਗਲ ਤੋਂ, ਠੀਕ ਹੈ। ਜਿਹੜਾ ਆਹ ਵਾਲਾ ਐਂਗਲ ਹੈ ਇਹ ਕਿਹੜਾ ਐਂਗਲ ਹੈ ਜੀ, ਇਹ ਅਕਿਊਟ ਐਂਗਲ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਰਾਈਟ ਐਂਗਲ ਦੀ। ਰਾਈਟ ਐਂਗਲ ਕੀ ਹੋਏਗਾ, ਇੱਕ ਸਟ੍ਰੇਟ ਲਾਈਨ ਹੋਏਗੀ, ਇੱਕ ਇਹਦੇ ਤੇ ਬਿਲਕੁਲ ਸਟ੍ਰੇਟ ਇੱਕ ਪਰਪੈਂਡੀਕੂਲਰ ਹੋਏਗਾ, ਤਾਂ ਇਹ ਕਿੰਨੇ ਦਾ ਐਂਗਲ ਹੋਏਗਾ ਜੀ, 90 ਦਾ। ਜਦੋਂ ਦੋ ਰੇ ਆਪਸ ਦੇ ਵਿੱਚ ਇੱਕ ਪੁਆਇੰਟ ਦੇ ਉੱਤੇ ਜੁਆਇਨ ਹੋਣੇ ਨੇ, ਆਹ ਲਾਈਨ ਬਿਲਕੁਲ ਸਟ੍ਰੇਟ ਹੋਏਗੀ ਤੇ ਇਹ ਸਟ੍ਰੇਟ ਲਾਈਨ ਕਿੰਨੇ ਦੇ ਐਂਗਲ ਤੇ ਹੋਏਗੀ ਜੀ, ਇਹ 90 ਦੇ ਐਂਗਲ ਤੇ ਹੋਏਗੀ, ਤੇ ਇਹ ਕਿਹੜਾ ਐਂਗਲ ਹੋ ਗਿਆ ਜੀ, ਮੇਰਾ ਰਾਈਟ ਐਂਗਲ ਹੋ ਗਿਆ। ਇਸੇ ਤਰ੍ਹਾਂ ਗੱਲ ਕਰਦੇ ਹਾਂ ਜੀ ਅੱਗੇ ਅਬਟਿਊਸ ਐਂਗਲ। ਅਬਟਿਊਸ ਐਂਗਲ ਕੀ ਹੁੰਦਾ ਜੀ, ਅਬਟਿਊਸ ਐਂਗਲ ਉਹ ਜਿਹੜਾ 90 ਤੋਂ ਵੱਡਾ ਐਂਗਲ ਹੋਏਗਾ। 90 ਤੋਂ ਵੱਡਾ ਮਤਲਬ ਫਾਰ ਐਗਜ਼ਾਮਪਲ ਇੱਕ ਰੇ ਆ ਜਾ ਰਹੀ ਹੈ ਤੇ ਇੱਕ ਰੇ ਆ ਤੁਹਾਡਾ 90 ਦਾ ਐਂਗਲ ਹੈ, ਇਹ ਜਿਹੜੇ 90 ਤੋਂ ਵੱਡੇ ਐਂਗਲਸ ਨੇ ਉਹ ਤੁਹਾਡੇ ਸਾਰੇ ਐਂਗਲ ਕਿੰਨੇ ਦੇ ਹੋਣਗੇ ਜੀ, ਅਬਟਿਊਸ ਐਂਗਲ ਹੋਣਗੇ, ਯਾਨੀ ਕਿ 90 ਤੋਂ ਵੱਡਾ, 90 ਤੋਂ ਗ੍ਰੇਟਰ। 90 ਤੋਂ ਆ 90 ਦਾ ਐਂਗਲ ਹੈ, 90 ਤੋਂ ਇੱਧਰਲੇ ਸਾਈਡ ਜਿੰਨੇ ਵੀ ਤੁਹਾਡੇ ਐਂਗਲਸ ਮੈਂਸ਼ਨ ਕੀਤੇ ਹੋਣਗੇ 90 ਤੋਂ ਵੱਡੇ ਐਂਗਲਸ ਨੇ ਉਹ ਸਾਰੇ ਐਂਗਲ ਤੁਹਾਡੇ ਕੀ ਹੋਣਗੇ ਜੀ, ਅਬਟਿਊਸ ਐਂਗਲ ਹੋਣਗੇ ਜੀ, ਯਾਨੀ ਕਿ 90 ਤੋਂ ਵੱਡੇ ਤੇ 180 ਤੋਂ ਛੋਟੇ, 90 ਤੋਂ ਵੱਡੇ ਤੇ 180 ਤੋਂ ਸਮਾਲ, ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਸਟ੍ਰੇਟ ਲਾਈਨ ਦੀ। ਸਟ੍ਰੇਟ ਲਾਈਨ ਮਤਲਬ ਆ ਇੱਕ ਸਟ੍ਰੇਟ ਲਾਈਨ ਹੈ, ਇਹਦੇ ਦੇ ਉੱਤੇ ਇੱਥੇ ਤੋਂ ਸਟਾਰਟ ਹੋ ਕੇ ਇੱਥੇ ਤੱਕ ਤੁਹਾਡੇ ਜਿੰਨੇ ਵੀ ਐਂਗਲਸ ਨੇ ਉਹ ਸਾਰੇ ਐਂਗਲ ਕਿੰਨੇ ਦੇ ਹੋਣਗੇ ਜੀ, 180 ਦੇ, ਯਾਨੀ ਕਿ ਇੱਕ ਸਟ੍ਰੇਟ ਲਾਈਨ ਦੇ ਉੱਤੇ ਜਿੰਨੇ ਵੀ ਐਂਗਲਸ ਬਣਨਗੇ ਸਟ੍ਰੇਟ ਲਾਈਨ ਤੇ ਇੱਕ ਪੁਆਇੰਟ ਤੋਂ ਬਣਨਗੇ, ਬਟ ਕੁਐਸਚਨ ਇਹ ਵੀ ਹੈ ਇੱਕ ਪੁਆਇੰਟ ਤੋਂ ਬਣਨਗੇ। ਮੰਨ ਲਓ ਇੱਕ ਸਟ੍ਰੇਟ ਲਾਈਨ ਹੈ ਵੀ ਆ ਜਿੰਨੇ ਵੀ ਐਂਗਲ ਜਿੰਨੇ ਵੀ ਨੇ ਇੱਕ ਸਟ੍ਰੇਟ ਲਾਈਨ ਦੇ ਉੱਤੇ ਜਿੰਨੇ ਵੀ ਐਂਗਲਸ ਨੇ ਸਾਰੇ ਐਂਗਲ ਦਾ ਸਮ ਕਿੰਨਾ ਹੋਏਗਾ, 180 ਹੋਏਗਾ। ਤੇ ਅਬਟਿਊਸ ਐਂਗਲ ਦੇ ਵਿੱਚ 90 ਤੋਂ ਵੱਡਾ ਹੋਏਗਾ ਐਂਡ 180 ਤੋਂ ਸਮਾਲ, ਇਹ ਤੋਂ ਗ੍ਰੇਟਰ ਇਹ ਤੋਂ ਵੱਡਾ, ਠੀਕ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਰਿਫਲੈਕਸ ਐਂਗਲ ਦੀ। ਰਿਫਲੈਕਸ ਐਂਗਲ ਦੇ ਵਿੱਚ ਕੀ ਹੋਏਗਾ, ਜਿਹੜਾ ਤੁਹਾਡਾ ਰਿਫਲੈਕਸ ਐਂਗਲ ਹੈ, ਮੰਨ ਲਓ ਇੱਕ ਲਾਈਨ ਆ ਸੀ ਇੱਕ ਆ ਸੀ, ਹਾਂ ਤੁਹਾਡਾ ਕਿਹੜੀ ਲਾਈਨ ਸੀ ਜੀ, ਸਟ੍ਰੇਟ ਲਾਈਨ। ਜਿਹੜਾ ਤੁਹਾਡਾ ਰਿਫਲੈਕਸ ਐਂਗਲ ਹੈ, ਰਿਫਲੈਕਸ ਐਂਗਲ ਹੋਏਗਾ ਤੁਹਾਡਾ 180 ਤੋਂ ਵੱਡਾ ਹੋਏਗਾ ਤੇ 360 ਤੋਂ ਸਮਾਲ ਹੋਏਗਾ, ਯਾਨੀ ਕਿ ਇਹ ਤੋਂ ਸਮਾਲ ਇਹ ਤੋਂ ਗ੍ਰੇਟਰ, ਯਾਨੀ ਕਿ 180 ਤੋਂ ਵੱਡਾ, ਯਾਨੀ ਕਿ 180 ਤੋਂ ਵੱਡਾ ਤੇ 360 ਤੋਂ ਛੋਟਾ ਐਂਗਲ, ਉਸ ਐਂਗਲ ਨੂੰ ਕੀ ਬੋਲਾਂਗੇ ਜੀ ਆਪਾਂ, ਰਿਫਲੈਕਸ ਐਂਗਲ ਬੋਲਾਂਗੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਕੰਪਲੀਟ ਐਂਗਲ ਦੀ। ਕੰਪਲੀਟ ਐਂਗਲ ਕੀ ਹੈ ਜੀ, ਆ ਤੁਹਾਡੇ ਕੋਲ ਇੱਕ ਲਾਈਨ ਹੈ, ਕੰਪਲੀਟ ਮਤਲਬ ਇੱਥੋਂ ਐਂਗਲ ਸਟਾਰਟ ਹੋਇਆ ਇਹ ਕਿੰਨੇ ਦਾ ਹੋ ਗਿਆ ਜੀ, 180 ਦਾ, ਫਿਰ ਇੱਥੋਂ ਸਟਾਰਟ ਹੋਇਆ ਇੱਥੇ ਆ ਕੇ ਫਿਰ ਇਹ ਬਣ ਗਿਆ ਇੱਕ ਸਰਕਲ ਦੀ ਫਾਰਮ 'ਚ ਬਣ ਗਿਆ, ਯਾਨੀ ਕਿ ਕੰਪਲੀਟ ਹੋ ਗਿਆ। ਕੰਪਲੀਟ ਐਂਗਲ ਉਹ ਹੁੰਦਾ, ਦੇਖੋ ਆਹ ਸਟ੍ਰੇਟ ਲਾਈਨ ਦੇ ਉੱਤੇ ਆ ਕਿੰਨੇ ਦਾ ਐਂਗਲ ਸੀ, 180 ਦਾ, ਕਿੰਨੇ ਦਾ ਹੋ ਗਿਆ 180 ਦਾ, 180 ਪਲੱਸ 180 ਯਾਨੀ ਕਿ 360। ਕੰਪਲੀਟ ਐਂਗਲ ਉਹ ਹੋਏਗਾ ਜਿਹਦੇ ਵਿੱਚ ਸਾਰੇ ਐਂਗਲ ਦਾ ਸਮ ਕਿੰਨਾ ਹੋਏਗਾ ਤੁਹਾਡਾ, 360 ਹੋਏਗਾ। ਨੈਕਸਟ ਗੱਲ ਕਰਦੇ ਹਾਂ ਜੀ ਪੇਅਰ ਆਫ ਐਂਗਲਸ। ਪੇਅਰ ਆਫ ਐਂਗਲ ਦੇ ਵਿੱਚ 5 ਐਂਗਲ ਤੁਹਾਡੇ ਆ ਗਏ ਜੀ, ਕਪਲੀਮੈਂਟਰੀ ਐਂਗਲ, ਸਪਲੀਮੈਂਟਰੀ ਐਂਗਲ, ਐਡਜਸਟੈਂਟ ਐਂਗਲ, ਲੀਨੀਅਰ ਪੇਅਰ ਆਫ ਐਂਗਲ ਐਂਡ ਵਰਟੀਕਲ ਆਪੋਜ਼ਿਟ ਐਂਗਲ, ਠੀਕ ਹੈ ਜੀ। ਹੁਣ ਇਸ ਕੰਡੀਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਕਪਲੀਮੈਂਟਰੀ ਐਂਗਲ ਦੀ। ਕਪਲੀਮੈਂਟਰੀ ਐਂਗਲ ਕਿਹੜੇ ਹੁੰਦੇ ਨੇ, ਕਪਲੀਮੈਂਟਰੀ ਐਂਗਲ ਫੋਰ ਐਗਜ਼ਾਮਪਲ ਜੇ ਮੈਂ ਰਾਈਟ ਐਂਗਲ ਇੱਕ ਐਂਗਲ ਬਣਾਤਾ, ਇਸ ਦੇ ਵਿੱਚ ਇੱਕ ਆ ਲਾਈਨ ਹੈ, ਇਸ ਪੁਆਇੰਟ ਨੂੰ ਮੈਂ A ਨਾਂ ਦਿੱਤਾ, ਇਹਨੂੰ B ਨਾਂ ਦਿੱਤਾ, ਠੀਕ ਹੈ। ਕਪਲੀਮੈਂਟਰੀ ਉਹ ਐਂਗਲ ਹੁੰਦੇ ਨੇ ਜਿਹੜੇ ਦੋ ਐਂਗਲ ਦਾ ਸਮ 90 ਹੁੰਦਾ। ਕਪਲੀਮੈਂਟਰੀ ਐਂਗਲ ਉਹਨਾਂ ਨੂੰ ਬੋਲਿਆ ਜਾਂਦਾ ਜਿਹੜੇ ਦੋ ਐਂਗਲ ਦਾ ਸਮ ਤੁਹਾਡਾ ਕਿੰਨਾ ਹੋਏਗਾ ਜੀ, 90। ਫੋਰ ਐਗਜ਼ਾਮਪਲ ਇੱਕ ਐਂਗਲ A ਹੈ, ਆਹ ਐਂਗਲ B ਹੈ, ਤੁਸੀਂ ਕੋਈ ਵੀ ਨਾਂ ਲਿਖ ਸਕਦੇ ਹੋ, 1 2 ਵੀ ਲਿਖ ਸਕਦੇ ਹੋ। ਕੋਈ ਦੋ ਐਂਗਲ ਜਿਨ੍ਹਾਂ ਦਾ ਸਮ 90 ਬਣਦਾ ਉਹਨੂੰ ਕੀ ਬੋਲਦੇ ਹਾਂ ਜੀ ਆਪਾਂ, ਕਪਲੀਮੈਂਟਰੀ ਐਂਗਲਸ ਬੋਲਦੇ ਹਾਂ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਆਪਾਂ ਸਪਲੀਮੈਂਟਰੀ ਐਂਗਲ ਦੀ। ਸਪਲੀਮੈਂਟਰੀ ਐਂਗਲ ਕੀ ਹੈ, ਦੇਖੋ ਸਭ ਤੋਂ ਪਹਿਲਾਂ ਆਪਾਂ ਡਾਇਗਰਾਮ ਬਣਾਉਣੇ ਆ ਜੀ। ਮੰਨ ਲਓ ਆਹ ਐਂਗਲ 40 ਦਾ ਤੇ ਆਹ ਐਂਗਲ ਮੰਨ ਲਓ 140 ਦਾ, ਇਹਨੂੰ ਆਪਾਂ A ਮੰਨ ਲਿਆ, ਇਹਨੂੰ ਆਪਾਂ ਨੇ B ਮੰਨ ਲਿਆ। ਦੇਖੋ ਕਪਲੀਮੈਂਟਰੀ 'ਚ ਸੀ ਵੀ ਦੋ ਐਂਗਲ ਦਾ ਸਮ 90 ਬਣਦਾ ਸੀ, ਬਟ ਸਪਲੀਮੈਂਟਰੀ ਐਂਗਲ ਦੇ ਵਿੱਚ ਕੀ ਹੋਏਗਾ, ਇਹ ਦੋ ਐਂਗਲ ਦਾ ਸਮ ਕਿੰਨਾ ਹੋਏਗਾ ਜੀ, 180, ਯਾਨੀ ਕਿ A plus B is equal to 180।
ਦੋਨਾਂ ਦੇ ਵਿੱਚ ਦੇਖੋ ਕੀ ਫਰਕ ਹੈ ਜੀ। ਕਪਲੀਮੈਂਟਰੀ ਜਿਨ੍ਹਾਂ ਦਾ ਸਮ 90 ਹੈ, ਸਪਲੀਮੈਂਟਰੀ ਜਿਨ੍ਹਾਂ ਦਾ ਸਮ ਕਿੰਨਾ ਦੀ 180। ਇੱਕ ਐਂਗਲ ਆ ਸੀ, ਇੱਕ ਐਂਗਲ ਆ ਸੀ, ਇਹ ਦੋਨੋਂ ਐਂਗਲ ਦਾ ਸਮ ਕਿੰਨਾ ਹੋਏਗਾ ਤੁਹਾਡਾ 180 ਹੋਏਗਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਐਡਜਸਟੈਂਟ ਐਂਗਲ। ਐਡਜਸਟੈਂਟ ਐਂਗਲ ਦੇ ਵਿੱਚ ਕੀ ਹੋਏਗਾ, ਮੰਨ ਲਓ ਤੁਹਾਡੇ ਕੋਲ ਇੱਕ 90 ਦਾ ਐਂਗਲ ਹੈ, ਇਸ ਦੇ ਵਿੱਚ ਮੈंने ਇੱਕ ਲਾਈਨ ਲਗਾਤੀ A ਤੇ B। ਐਡਜਸਟੈਂਟ ਐਂਗਲ ਉਸ ਨੂੰ ਬੋਲਦੇ ਹਾਂ ਜਿਹੜਾ ਉਹਦੇ ਨਾਲ ਵਾਲਾ ਐਂਗਲ ਹੁੰਦਾ, ਠੀਕ ਹੈ। ਐਡਜਸਟੈਂਟ ਸਾਈਡਸ ਵੀ ਹੁੰਦੀਆਂ ਨੇ, ਪਹਿਲਾਂ ਤੁਸੀਂ ਸਾਈਡ ਦੇਖੋ, ਸਾਈਡ ਤੋਂ ਤੁਹਾਨੂੰ ਕਲੀਅਰ ਹੋ ਜਾਏਗਾ। ਐਡਜਸਟੈਂਟ ਸਾਈਡ ਕੀ ਹੈ ਵੀ ਆਹ ਜਿਹੜੀ ਸਾਈਡ ਹੈ ਇਹ ਆਹ ਸਾਈਡ ਦੇ ਨਾਲ ਕੀ ਕਰ ਰਹੀ ਹੈ, ਇਸ ਪੁਆਇੰਟ ਤੇ ਜੁਆਇੰਟ ਕਰ ਰਹੀ ਹੈ। ਤਾਂ ਇਸ ਸਾਈਡ ਕੀ ਹੈ, ਐਂਗਲ ਨਹੀਂ, ਇਹ ਐਡਜਸਟੈਂਟ ਸਾਈਡ ਇਹਦੀ ਕੀ ਹੈ ਜੀ, ਐਡਜਸਟੈਂਟ ਸਾਈਡ ਹੈ। ਇਹ ਦੋਨੇ ਐਡਜਸਟੈਂਟ ਸਾਈਡਸ ਨੇ, ਇਹਦੀ ਆਹ ਵਾਲੀ ਐਡਜਸਟੈਂਟ ਸਾਈਡ ਹੈ, ਠੀਕ ਹੈ। ਤਾਂ ਹੁਣ ਇੱਥੇ ਕੁਐਸਚਨ ਦੇ ਵਿੱਚ ਕੀ ਆ ਗਿਆ, ਐਡਜਸਟੈਂਟ ਐਂਗਲ ਕਿਹੜੇ ਹੋਣਗੇ, ਐਡਜਸਟੈਂਟ ਐਂਗਲ ਹੋ ਗਏ ਦੇਖੋ, ਜਿਵੇਂ ਐਂਗਲ A ਆ ਸੀ, ਐਂਗਲ B, ਇਹਨਾਂ ਦਾ ਕਾਮਨ ਪੁਆਇੰਟ ਆ ਸੀ, ਯਾਨੀ ਕਿ ਇਹਦੇ ਵਿੱਚ ਕੀ ਆ, ਕਾਮਨ ਆ ਗਿਆ। ਐਡਜਸਟ A ਐਂਗਲ B ਦੇ ਕੀ ਹੈ ਜੀ, ਐਡਜਸਟੈਂਟ। ਜੇ ਇੱਕ ਇੱਥੋਂ ਮੈਂ ਇੱਕ ਲਾਈਨ ਡਰਾਰ ਹੋਰ ਕਰ ਦਿੰਦਾ ਵੀ, ਮੰਨ ਲਓ ਆਹ ਐਂਗਲ ਆ ਗਿਆ ਜੀ ਮੇਰੇ ਕੋਲੇ C, ਠੀਕ ਹੈ। ਹੁਣ ਜੇ ਮੈਂ ਤੁਹਾਨੂੰ ਕਹਾਂ ਵੀ CA ਦਾ ਐਡਜਸਟੈਂਟ ਐਂਗਲ ਹੈਗਾ, ਨਹੀਂ, ਕਿਉਂਕਿ ਜਿਹੜਾ C ਹੈ, CA ਆ ਸੀ, C ਆ ਸੀ, ਇਹਨਾਂ ਦੋਨਾਂ ਦੇ ਸੈਂਟਰ ਦੇ ਵਿੱਚ ਕਿਹੜਾ ਐਂਗਲ ਆ ਰਿਹਾ, B। ਆਹ ਲਾਈਨ ਤਾਂ ਕੀ ਹੋ ਗਈ ਜੀ, ਕਾਮਨ ਹੋ ਗਈ ਇਹਨਾਂ ਦੇ ਵਿੱਚ। ਤਾਂ ਇਸ ਕਰਕੇ BC ਦਾ ਐਡਜਸਟੈਂਟ ਹੋ ਸਕਦਾ ਹੈ, CA ਦਾ ਨਹੀਂ ਹੈਗਾ। ਐਡਜਸਟੈਂਟ ਐਂਗਲ ਉਹ ਹੁੰਦਾ ਜਿਹੜਾ ਉਹਦੇ ਨਾਲ ਵਾਲਾ ਐਂਗਲ ਹੈ। ਹੁਣ ਇਹਦੇ ਨਾਲ ਕੀ ਲੱਗਿਆ ਹੈ ਜੀ, B ਦੇ ਨਾਲ ਐਂਗਲ ਕੀ ਹੈ ਜੀ, C। ਤਾਂ ਇਹ ਦੋਨੋਂ ਐਂਗਲ ਕੀ ਨੇ ਜੀ, ਐਡਜਸਟੈਂਟ ਐਂਗਲ ਹੋਣਗੇ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਨੈਕਸਟ ਲੀਨੀਅਰ ਪੇਅਰ ਦੀ। ਲੀਨੀਅਰ ਪੇਅਰ ਆਫ ਐਂਗਲ। ਦੇਖੋ ਲੀਨੀਅਰ ਪੇਅਰ ਦੇ ਵਿੱਚ ਕੀ ਹੋਊਗਾ, ਤੁਹਾਨੂੰ ਦੋ ਐਂਗਲ ਗਿਵਨ ਦਿੱਤੇ ਹੋਣਗੇ, ਦੋ ਹੋ ਸਕਦੇ ਨੇ, ਤਿੰਨ ਹੋ ਸਕਦੇ ਨੇ। ਮੰਨ ਲਓ ਇਦਾਂ ਦੀ ਇੱਕ ਲਾਈਨ ਹੈ, ਆਹ ਪੁਆਇੰਟ ਹੈਗਾ ਜੀ A, ਆਹ ਹੈਗਾ ਜੀ ਮੇਰੇ ਕੋਲੇ B, ਆਹ ਹੈਗਾ ਜੀ ਮੇਰੇ ਕੋਲੇ C, ਆਹ ਹੈਗਾ ਜੀ ਮੇਰੇ ਕੋਲੇ D, ਠੀਕ ਹੈ। ਤੁਹਾਡੇ ਕੋਲੇ ਆਹ ਤਿੰਨ ਪੇਅਰ ਆ ਗਏ ਜੀ, A B C ਤੇ D, ਠੀਕ ਹੈ। ਲੀਨੀਅਰ ਪੇਅਰ ਆਫ ਐਂਗਲ, ਜਿਹੜੇ ਚਾਹੇ ਤਿੰਨ ਐਂਗਲ ਨੇ, ਚਾਰ ਐਂਗਲ ਨੇ, ਦੋ ਐਂਗਲ ਨੇ, ਚਾਹੇ ਪੰਜ ਐਂਗਲ ਨੇ, ਇਹ ਸਾਰੇ ਐਂਗਲ ਦਾ ਸਮ ਜਦੋਂ ਤੁਹਾਡੇ ਕੋਲੇ 180 ਆ ਗਿਆ, ਯਾਨੀ ਕਿ A plus B plus C plus D is equal to 180, ਤਾਂ ਉਹ ਸਾਰੇ ਨੂੰ ਬੋਲਾਂਗੇ ਜੀ ਆਪਾਂ ਲੀਨੀਅਰ ਪੇਅਰ। ਦੇਖੋ ਇੱਥੇ ਮੈਂ ਚਾਹੇ ਚਾਰ ਐਂਗਲ ਲਿਖ ਸਕਦੇ ਹਾਂ, ਦੋ ਵੀ ਲਿਖ ਸਕਦੇ, ਤੁਸੀਂ ਇਹਨੂੰ ਇੱਦਾਂ ਵੀ ਕਰ ਸਕਦੇ ਹੋ ਵੀ ਇੱਕ ਲਾਈਨ A ਆ ਸੀ ਅਤੇ ਆਹ ਪੂਰਾ ਪੁਆਇੰਟ B ਆ ਗਿਆ, A plus B is equal to 180। ਜਿਹੜੇ ਦੋ ਐਂਗਲ ਦਾ ਸਮ ਤੁਹਾਡੇ ਕੋਲੇ 180 ਆ ਗਿਆ ਤਾਂ ਉਹਨੂੰ ਆਪਾਂ ਕੀ ਬੋਲਾਂਗੇ ਜੀ, ਆਪਾਂ ਲੀਨੀਅਰ ਪੇਅਰ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਵਰਟੀਕਲ ਆਪੋਜ਼ਿਟ ਐਂਗਲ। ਵਰਟੀਕਲ ਆਪੋਜ਼ਿਟ ਐਂਗਲ ਕੀ ਹੋਣਗੇ ਜੀ ਤੁਹਾਡੇ, ਮੰਨ ਲਓ ਮੈਂ ਇੱਥੇ ਇੱਕ ਕ੍ਰਾਸ ਲਗਾਇਆ, ਠੀਕ ਹੈ, ਤੇ ਮੈਂ ਇਹਨਾਂ ਦੇ ਨਾਮ ਲਿਖਦਾ ਤੇ ਨਾਮ ਤੋਂ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਵਰਟੀਕਲ ਆਪੋਜ਼ਿਟ ਐਂਗਲ ਕਿਹੜੇ ਹੋਣਗੇ। ਮੈंने ਇੱਥੇ ਲਿਖਿਆ ਜੀ A B C ਤੇ D, ਤੁਹਾਡੇ ਕੋਲੇ ਮੈਂ ਚਾਰ ਨਾਮ ਮੈਂਸ਼ਨ ਕਰਤੇ, ਠੀਕ ਹੈ। ਵੈਸੇ ਵੀ ਜਿਹੜਾ ਕ੍ਰਾਸ ਦਾ ਸਾਈਨ ਹੁੰਦਾ, ਕਿਹੜਾ ਸਾਈਨ ਹੁੰਦਾ ਜੀ, ਡੇਂਜਰ ਸਾਈਨ ਹੁੰਦਾ। ਤਾਂ ਜਿੱਥੇ ਵੀ ਕ੍ਰਾਸ ਲੱਗਿਆ ਆ ਗਿਆ, ਜਿਹੜੇ ਉਹਦੇ ਆਮਣੋ ਸਾਹਮਣੇ ਵਾਲੇ ਐਂਗਲ ਹੁੰਦੇ ਨੇ ਉਹ ਹਮੇਸ਼ਾ ਹੀ ਇਕੁਅਲ ਹੋਣਗੇ, ਠੀਕ ਹੈ। ਦੂਸਰਾ ਦੇਖੋ, ਇਸ ਕੁਐਸਚਨ ਦੇ ਵਿੱਚ ਲੀਨੀਅਰ ਪੇਅਰ ਵੀ ਲੱਗ ਰਿਹਾ ਇੱਕ ਟਾਈਮ ਦੇ ਲਈ। ਜੇ ਮੈਂ ਇਸ ਕੁਐਸਚਨ ਨੂੰ ਇੱਦਾਂ ਰੱਖ ਲਾਂ, ਆਹ ਬਿਲਕੁਲ ਸਟੇਟ ਲਾਈਨ ਹੈ, ਦੋ ਐਂਗਲ ਬਣ ਰਹੇ ਨੇ A ਤੇ B, ਇਹ ਦੋਨੋਂ ਐਂਗਲ ਦਾ ਸਮ ਕਿੰਨਾ ਬਣ ਰਿਹਾ ਜੀ, 180। ਇਹ ਕਿਹੜੇ ਐਂਗਲ ਹੋ ਗਏ ਜੀ, ਲੀਨੀਅਰ ਪੇਅਰ। ਜੇ ਮੈਨੂੰ ਇੱਦਾਂ ਰੱਖ ਸਕਦਾ A ਤੇ D, ਇਹ ਦੋ ਐਂਗਲ ਦਾ ਸਮ ਕਿੰਨਾ ਬਣ ਰਿਹਾ ਜੀ, 180, ਇਹ ਵੀ ਲੀਨੀਅਰ ਪੇਅਰ ਬਣ ਰਹੇ ਨੇ। ਜੇ ਮੈਨੂੰ ਇੱਦਾਂ ਰੱਖ ਲਾਂ ਤਾਂ C ਤੇ D, ਇਹਨਾਂ ਦੋਨੋਂ ਐਂਗਲ ਦਾ ਸਮ ਕਿੰਨਾ ਬਣ ਰਿਹਾ ਜੀ, 180। B ਤੇ C ਦਾ ਕਿੰਨਾ ਸਮ ਬਣ ਰਿਹਾ ਜੀ, 180। ਤਾਂ ਹੁਣ ਜਿਹੜੇ ਵਰਟੀਕਲ ਆਪੋਜ਼ਿਟ ਐਂਗਲ ਹੁੰਦੇ ਨੇ ਉਹਨਾਂ ਦੇ ਆਮਣੋ ਸਾਹਮਣੇ ਵਾਲੇ ਐਂਗਲ ਕੀ ਹੋਣਗੇ, ਇਕੁਅਲ ਹੋਣਗੇ, ਯਾਨੀ ਕਿ ਐਂਗਲ A ਇਜ਼ ਇਕੁਅਲ ਟੂ ਐਂਗਲ C, ਐਂਗਲ B ਇਜ਼ ਇਕੁਅਲ ਟੂ ਐਂਗਲ D। ਫੋਰ ਐਗਜ਼ਾਮਪਲ ਇਹ 50 ਹੈ ਤਾਂ ਵੀ ਕਿੰਨਾ ਹੋਏਗਾ, 50 ਹੋਏਗਾ, ਠੀਕ ਹੈ। ਮੰਨ ਲਓ ਆਹ ਕਿੰਨਾ ਤੁਹਾਨੂੰ ਦਿੱਤਾ ਜੀ, ਆਹ 100 ਹੈ ਤਾਂ ਵੀ ਕਿੰਨਾ ਹੋਏਗਾ ਜੀ, 100 ਹੋਏਗਾ। ਯਾਨੀ ਕਿ ਆਮਣੋ ਸਾਹਮਣੇ ਵਾਲੇ ਐਂਗਲਸ ਕੀ ਹੋਣਗੇ, ਆਪਸ ਦੇ ਵਿੱਚ ਇਕੁਅਲ ਹੋਣਗੇ। ਉਹਨਾਂ ਐਂਗਲਸ ਨੂੰ ਕੀ ਬੋਲਾਂਗੇ ਜੀ ਆਪਾਂ, ਵਰਟੀਕਲ ਆਪੋਜ਼ਿਟ ਐਂਗਲ। ਨੈਕਸਟ ਗੱਲ ਕਰਦੇ ਹਾਂ ਜੀ ਅਲਟਰਨੇਟ ਐਂਗਲਸ। ਅਲਟਰਨੇਟ ਐਂਗਲਸ ਕਿਹੜੇ ਹੁੰਦੇ ਨੇ, ਵੈਸੇ ਤਾਂ ਇਹ ਜਿਹੜੇ Z ਦੀ ਫਾਰਮ 'ਚ ਹੁੰਦੇ ਨੇ ਉਹਨਾਂ ਐਂਗਲਸ ਨੂੰ ਆਪਾਂ ਕੀ ਬੋਲਦੇ ਹਾਂ ਜੀ, ਅਲਟਰਨੇਟ ਐਂਗਲਸ ਬੋਲਦੇ ਹਾਂ। ਫੋਰ ਐਗਜ਼ਾਮਪਲ ਤੁਹਾਡੇ ਕੋਲੇ ਦੋ ਇਹ ਪੈਰਲਲ ਲਾਈਨਸ ਨੇ ਅਤੇ ਇਹਨਾਂ ਦੇ ਵਿਚਕਾਰ ਇੱਕ ਟਰਾਂਸਵਰਸਿਸ ਲਾਈਨ ਜਾਂਦੀ ਹੈ, ਜਿਹੜੀਆਂ ਮੰਨ ਲਓ M ਤੇ N, ਇਹ ਦੋਨੋਂ ਕੀ ਨੇ ਜੀ, ਪੈਰਲਲ ਲਾਈਨਸ ਨੇ ਅਤੇ ਇਹਨਾਂ ਦੇ ਵਿਚਕਾਰ ਆ ਟਰਾਂਸਵਰਸ ਮਤਲਬ ਜਿਹੜੀ ਇਹਨਾਂ ਦੋਨਾਂ ਲਾਈਨਾਂ ਨੂੰ ਕੱਟ ਕਰ ਰਹੀ ਹੈ, ਮੰਨ ਲਓ N ਲਾਈਨ ਕਰ ਰਹੀ। ਜੇ ਇਹ ਦੋਨੇ ਲਾਈਨਾਂ ਪੈਰਲਲ ਹੋਣਗੀਆਂ ਤੇ ਇਹਨਾਂ ਦੇ ਵਿੱਚ ਮੈਂ ਐਂਗਲਸ ਲਿਖ ਰਿਹਾ, ਐਂਗਲ 1 2 3 4। ਜਿੱਥੇ ਵੀ Z ਫਾਰਮ ਬਣੇਗਾ, ਆਹ Z ਬਣ ਰਿਹਾ ਦੇਖੋ,
ਜੈਡ ਦੀ ਫਾਰਮ 'ਚ ਬਣਨਗੇ। ਜਿੱਥੇ ਵੀ ਜੈਡ ਫਾਰਮ ਬਣੇਗਾ ਤਾਂ ਉਹ ਐਂਗਲਸ ਕਿਹੜੇ ਹੋਣਗੇ ਜੀ ਆਪਣੇ ਕੋਲੇ ਅਲਟਰਨੇਟ ਐਂਗਲ, ਯਾਨੀ ਕਿ ਆਹ ਐਂਗਲ ਤੇ ਆਹ ਐਂਗਲ ਕਿਹੜੇ ਹੋ ਗਏ ਜੀ ਆਪਣੇ ਅਲਟਰਨੇਟ ਐਂਗਲ, ਯਾਨੀ ਕਿ ਐਂਗਲ 1 ਇਜ਼ ਇਕੁਅਲ ਟੂ ਐਂਗਲ 3। ਸੇਮ ਕੰਡੀਸ਼ਨ ਜੈਡ ਦੇਖੋ ਉਲਟਾ ਵੀ ਬਣ ਰਿਹਾ, ਜਦੋਂ ਜੈਡ ਇਸ ਫਾਰਮ 'ਚ ਬਣ ਰਿਹਾ ਤਾਂ ਇਹਦਾ ਮਤਲਬ ਐਂਗਲ 2 ਐਂਗਲ 4 ਦੇ ਕੀ ਹੋਏਗਾ, ਇਕੁਅਲ ਹੋਏਗਾ। ਜੇ ਲਾਈਨਾਂ ਪੈਰਲਰ ਹੋਣਗੀਆਂ ਤਾਂ ਅਲਟਰਨੇਟ ਐਂਗਲਸ ਉੱਥੇ ਬਣਨਗੇ, ਜੇ ਲਾਈਨਾਂ ਪੈਰਲਰ ਨਹੀਂ ਹੈਗੇ ਤਾਂ ਇਹ ਐਂਗਲਸ ਅਲਟਰਨੇਟ ਐਂਗਲ ਨਹੀਂ ਹੋਣਗੇ। ਨੈਕਸਟ ਗੱਲ ਕਰਦੇ ਹਾਂ ਜੀ ਐਂਗਲਸ ਬਾਰੇ। ਐਕਸਟੀਰੀਅਰ ਐਂਗਲ, ਇੰਟੀਰੀਅਰ ਐਂਗਲ, ਕਰੋਸਪੋਂਡਿੰਗ ਐਂਗਲਸ, ਅਲਟਰਨੇਟ ਇੰਟੀਰੀਅਰ ਐਂਗਲ ਕਿਹੜੇ ਹੁੰਦੇ ਨੇ ਜੀ, ਅਲਟਰਨੇਟ ਐਕਸਟੀਰੀਅਰ ਐਂਗਲ ਕਿਹੜੇ ਹੁੰਦੇ ਨੇ, ਕੋ ਇੰਟੀਰੀਅਰ ਐਂਗਲ। ਠੀਕ ਹੈ, ਇਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਆਪਾਂ ਐਕਸਟੀਰੀਅਰ ਐਂਗਲ ਦੀ। ਐਕਸਟੀਰੀਅਰ ਐਂਗਲ ਕਿਹੜੇ ਹੁੰਦੇ ਨੇ, ਦੇਖੋ ਫੋਰ ਐਗਜ਼ਾਮਪਲ ਆਪਾਂ ਨੇ ਇੱਕ ਪੇਜ ਦੇ ਉੱਤੇ ਆਪਾਂ ਐਂਗਲ ਮੈਂਸ਼ਨ ਕਰਦੇ ਹਾਂ ਤਾਂ ਇੱਕ ਇੱਦਾਂ ਦੇ ਆਪਾਂ ਨੇ ਇੱਕ ਦੋ ਪੈਰਲਲਸ ਲਾਈਨ ਲਾਈਆਂ, ਇੱਕ ਤੇ ਐਲ ਤੇ ਇੱਕ ਤੇ ਐਮ ਆਪਾਂ ਨੇ ਨੋਟ ਕੀਤਾ। ਇਸ ਲਾਈਨ ਨੂੰ ਇਹ ਟਰਾਂਸਵਰਸਿਸ ਲਾਈਨ ਹੈ, ਦੋਨੇ ਲਾਈਨਾਂ ਕੀ ਨੇ ਜੀ ਪੈਰਲਲ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਨੇਮਿੰਗ ਕਰ ਦਿੰਦੇ ਹਾਂ ਵੀ ਆਹ ਵਾਲਾ ਐਂਗਲ ਹੈਗਾ ਜੀ 1, ਇਹ ਹੈਗਾ ਜੀ 2, ਇਹ ਹੈਗਾ ਮੇਰੇ ਕੋਲੇ 4, 3, ਇਹ ਆ ਗਿਆ ਜੀ ਮੇਰੇ ਕੋਲੇ 5, 6, 7, 8। ਠੀਕ ਹੈ, ਸਭ ਤੋਂ ਪਹਿਲਾਂ ਮੈंने ਇਹਦੀ ਨੇਮਿੰਗ ਕੀਤੀ ਹੈ। ਨੇਮਿੰਗ ਕਰਨ ਤੋਂ ਬਾਅਦ ਹੁਣ ਦੇਖੋ ਇਹ ਐਂਗਲਸ ਦੇ ਨਾਮ ਲਿਖ ਲਏ। ਤੁਹਾਡੇ ਕੋਲੇ ਨਾਮ ਇਹ ਅਲਫਾਬੈਟ ਦੀ ਫਾਰਮ ਦੇ ਵਿੱਚ ਵੀ ਹੋ ਸਕਦੇ ਨੇ, ਇਹ ਨਾਮ ਤੁਹਾਡੇ ਕੋਲੇ ਇੱਦਾਂ ਵੀ ਹੋ ਸਕਦੇ ਨੇ। ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਇਕੱਲੇ ਪੁਆਇੰਟਸ ਬਾਰੇ ਪੜਾਂਗੇ ਵੀ ਇੰਟੀਰੀਅਰ ਐਂਗਲ ਕਿਹੜੇ ਹੁੰਦੇ ਨੇ ਜੀ। ਇੰਟੀਰੀਅਰ ਦਾ ਮਤਲਬ ਜਿਹੜੇ ਲਾਈਨ ਤੋਂ ਬਾਹਰ ਹੋਣ। ਹੁਣ ਦੇਖੋ ਇੰਟੀਰੀਅਰ, ਪਹਿਲਾਂ ਇੰਟੀਰੀਅਰ ਐਂਗਲ ਦੀ ਗੱਲ ਕਰਦੇ ਨੇ, ਲਾਈਨ ਤੋਂ ਬਾਹਰ ਕਿਹੜੇ ਨੇ ਇੰਟੀਰੀਅਰ, ਯਾਨੀ ਕਿ ਬਾਹਰ ਵਾਲੇ। ਇੱਕ ਤਾਂ ਐਂਗਲ 1 ਹੈ, ਐਂਗਲ 2 ਹੈ, ਐਂਗਲ 7 ਹੈ, ਇੱਕ ਐਂਗਲ 8 ਹੈ। ਤਾਂ ਇਹ ਜਿਹੜੇ ਸਾਰੇ ਐਂਗਲਸ ਨੇ ਯਾਨੀ ਕਿ ਬਾਹਰ ਵਾਲੇ ਐਂਗਲਸ ਨੂੰ ਕਿਹੜੇ ਐਂਗਲ ਬੋਲਿਆ ਜਾਂਦਾ ਜੀ, ਐਕਸਟੀਰੀਅਰ ਐਂਗਲ। ਤਾਂ ਜਦੋਂ ਤੁਸੀਂ ਇੱਥੇ ਲਿਖੋਗੇ ਜੀ ਆਪਾਂ ਇਹਦੇ ਨਾਲ ਮੈਂਸ਼ਨ ਕਰਦੇ ਹਾਂ ਐਕਸਟੀਰੀਅਰ ਐਂਗਲ ਕਿਹੜੇ ਨੇ ਤੁਹਾਡੇ ਜੀ। ਐਕਸਟੀਰੀਅਰ ਐਂਗਲ ਕਿਹੜੇ ਨੇ ਤੁਹਾਡੇ, ਜਿਵੇਂ ਦੇਖੋ ਐਂਗਲ 1 ਇਹ ਲਾਈਨ ਤੋਂ ਬਾਹਰ ਬਣ ਰਿਹਾ ਯਾਨੀ ਕਿ ਐਂਗਲ 1, ਐਂਗਲ 2, ਐਂਗਲ 7, ਐਂਗਲ 8। ਜਿਹੜੇ ਤੁਹਾਡੇ ਐਂਗਲ ਬਾਹਰਲੀ ਸਾਈਡ ਬਣ ਰਹੇ ਨੇ ਇਹ ਕਿਹੜੇ ਐਂਗਲਸ ਨੇ ਤੁਹਾਡੇ, ਐਕਸਟੀਰੀਅਰ ਐਂਗਲ, ਯਾਨੀ ਕਿ ਜਿਹੜੇ ਆਊਟਸਾਈਡ ਬਣ ਰਹੇ ਨੇ ਲਾਈਨ ਦੇ। ਠੀਕ ਹੈ, ਜਿਹੜੇ ਬਾਹਰਲੇ ਪਾਸੇ ਬਣ ਰਹੇ ਨੇ ਆਊਟਸਾਈਡ ਆਫ ਲਾਈਨ, ਲਾਈਨ ਤੋਂ ਬਾਹਰ ਬਣ ਰਹੇ ਨੇ। ਹੁਣ ਦੇਖੋ ਐਕਸਟੀਰੀਅਰ ਦਾ ਮਤਲਬ ਹੁੰਦਾ ਬਾਹਰ। ਮੰਨ ਲਓ ਆਪਾਂ ਕਿਸੇ ਰੂਮ ਦੇ ਅੰਦਰ ਬੈਠੇ ਹਾਂ ਤਾਂ ਉਸ ਰੂਮ ਦੇ ਅੰਦਰ ਕੀ ਹੋਏਗਾ, ਆਪਾਂ ਰੂਮ ਦੇ ਇੰਟੀਰੀਅਰ ਪਾਰਟ 'ਚ ਬੈਠੇ ਯਾਨੀ ਕਿ ਅੰਦਰ ਬੈਠੇ ਹਾਂ। ਐਕਸਟੀਰੀਅਰ ਪਾਰਟ ਜਿਹੜਾ ਉਸ ਰੂਮ ਦੇ ਬਾਹਰ ਬੈਠਾ ਹੈ, ਇੱਥੇ ਸੀ ਐਕਸਟੀਰੀਅਰ ਮਤਲਬ ਕਿ ਉਸ ਰੂਮ ਦੇ ਅੰਦਰ ਸੀ। ਇਹਦਾ ਮਤਲਬ ਇੱਥੇ ਕੀ ਲਿਖਿਆ ਜੀ ਐਕਸਟੀਰੀਅਰ, ਇਹਦਾ ਮਤਲਬ ਐਕਸਟੀਰੀਅਰ ਦਾ ਮਤਲਬ ਉਹ ਰੂਮ ਦੇ ਬਾਹਰ ਵਾਲੇ ਐਂਗਲ ਲਿਖੇ ਆਪਾਂ ਨੇ, ਰੂਮ ਤੋਂ ਬਾਹਰ ਵਾਲੇ ਐਂਗਲ ਲਿਖੇ, ਐਂਗਲ 1, 2, 7 ਐਂਡ 8। ਉਸੇ ਤਰ੍ਹਾਂ ਇੰਟੀਰੀਅਰ ਦਾ ਮਤਲਬ ਅੰਦਰ ਵਾਲੇ ਦੀ, ਇਨਸਾਈਡ। ਹੁਣ ਦੇਖੋ ਇਹਦੇ ਇਨਸਾਈਡ ਕਿਹੜੇ ਨੇ, ਦੋ ਪੈਰਲਲ ਲਾਈਨਸ ਦੇ ਅੰਦਰ ਕਿਹੜੇ ਐਂਗਲ ਨੇ, 3 ਹੈ, 4 ਹੈ, 6 ਐਂਡ 5 ਹੈ, ਯਾਨੀ ਕਿ ਐਂਗਲ 3, ਐਂਗਲ 4, ਐਂਗਲ 6 ਐਂਡ 5। ਯਾਨੀ ਕਿ ਇਸ ਲਾਈਨ ਦੇ ਜੋ ਅੰਦਰ ਐਂਗਲ ਬਣ ਰਹੇ ਨੇ ਉਹਨਾਂ ਐਂਗਲਸ ਨੂੰ ਕੀ ਬੋਲਾਂਗੇ ਜੀ ਆਪਾਂ, ਇੰਟੀਰੀਅਰ ਐਂਗਲ ਬੋਲਾਂਗੇ। ਉਸ ਤੋਂ ਬਾਅਦ ਆ ਗਿਆ ਜੀ ਜਿਹੜਾ ਨੈਕਸਟ ਆਪਾਂ ਕਰਦੇ ਹਾਂ ਜੀ ਕਰੋਸਪੋਂਡਿੰਗ ਐਂਗਲ। ਕਰੋਸਪੋਂਡਿੰਗ ਐਂਗਲਸ ਦੇ ਵਿੱਚ ਕੀ ਹੁੰਦਾ ਜੀ, ਕਰੋਸਪੋਂਡਿੰਗ ਐਂਗਲ ਦੇ ਵਿੱਚ ਇੱਕ ਸਾਈਡ ਵਾਲੇ ਐਂਗਲਸ ਨੂੰ ਪਹਿਲਾਂ ਮੈਂਸ਼ਨ ਕੀਤਾ ਜਾਂਦਾ। ਮਤਲਬ ਕਿ ਇੱਕ ਸਾਈਡ ਦੇ ਐਂਗਲਸ ਮਤਲਬ ਜਦੋਂ ਦੋ ਲਾਈਨਾਂ ਤੁਹਾਡੇ ਕੋਲੇ ਪੈਰਲਲ ਨੇ, ਇੱਕ ਉਹਨੂੰ ਟਰਾਂਸਵਰਸਿਸ ਲਾਈਨ ਕੀ ਹੈ ਕੱਟ ਕਰ ਰਹੀ ਹੈ, ਤਾਂ ਉਹਦੇ ਵਿੱਚ ਜਿਹੜੇ ਤੁਹਾਡੇ ਉਹ ਐਂਗਲਸ ਆ ਗਏ ਤਾਂ ਉਹ ਐਂਗਲਸ ਕਿਹੜੇ ਨੇ। ਦੇਖੋ ਜੇ ਮੈਂ ਦੇਖੋ ਇਹਦੇ ਰਾਈਟ ਹੈਂਡ ਸਾਈਡ ਦੀ ਗੱਲ ਕਰਾਂ, ਕਰੋਸਪੋਂਡਿੰਗ ਐਂਗਲਸ ਦੇ ਵਿੱਚ ਇੱਕ ਐਂਗਲ ਬਾਹਰ ਵਾਲਾ ਆਉਂਦਾ ਹੁੰਦਾ, ਇੱਕ ਐਂਗਲ ਅੰਦਰ ਵਾਲਾ ਆਉਂਦਾ। ਮੰਨ ਲਓ ਜੇ ਆਪਾਂ ਇਹਦੇ ਵਿੱਚ ਗੱਲ ਕਰੀਏ, ਇੱਕ ਐਂਗਲ ਪਹਿਲਾਂ ਆਪਾਂ ਇੱਕ ਸਾਈਡ ਦੀ ਗੱਲ ਕਰਦੇ ਹਾਂ, ਐਂਗਲ 1 ਤੇ ਐਂਗਲ 5, ਇੱਕ ਐਂਗਲ ਬਾਹਰ ਵਾਲਾ, ਇੱਕ ਐਂਗਲ ਕੀ ਹੈ ਜੀ ਅੰਦਰ ਵਾਲਾ। ਠੀਕ ਹੈ, ਹੁਣ ਤੁਹਾਡੇ ਮਾਈਂਡ ਦੇ ਵਿੱਚ ਕੁਐਸਚਨ ਆਏਗਾ ਵੀ 4 ਕਿਉਂ ਨਹੀਂ ਲਿਖਿਆ। ਜੇ ਮੰਨ ਲਓ ਅਸੀਂ ਇੱਕ ਐਂਗਲ 4 ਲਿਖ ਰਹੇ ਹੋ, ਅੰਦਰ ਵਾਲਾ ਐਂਗਲ ਹੋ ਗਿਆ, ਇੱਕ ਐਂਗਲ ਕਿਹੜਾ ਹੋ ਗਿਆ ਜੀ 8, ਇੱਕ ਸਾਈਡ ਦੇ ਐਂਗਲ ਹੋ ਗਏ। ਸੇਮ ਐਸੇ ਤਰ੍ਹਾਂ ਹੀ ਆਪਾਂ ਦੂਸਰੀ ਤਰਫ ਕਰਾਂਗੇ, ਕਿਉਂਕਿ ਕਰੋਸਪੋਂਡਿੰਗ ਐਂਗਲਸ ਉਹ ਹੁੰਦੇ ਨੇ ਵੀ ਜਿਸ ਦੇ ਵਿੱਚ ਇੱਕ ਐਂਗਲ ਬਾਹਰ ਵਾਲਾ ਆਉਂਦਾ, ਇੱਕ ਐਂਗਲ ਅੰਦਰ ਵਾਲਾ। ਜੇ ਤੁਸੀਂ ਇੱਕ ਐਂਗਲ ਬਾਹਰ ਵਾਲਾ ਚੂਜ਼ ਕਰ ਲਿਆ, ਕੀ ਕਰ ਲਿਆ ਜੀ 2, ਤਾਂ ਅੰਦਰ ਵਾਲਾ ਐਂਗਲ ਕਿਹੜਾ ਆਏਗਾ ਜੀ 6। ਕਰੋਸਪੋਂਡਿੰਗ ਐਂਗਲ ਦੇ ਵਿੱਚ ਟਰਾਂਸਵਰਸਿਸ ਲਾਈਨ ਦੇ ਇੱਕ ਸਾਈਡ ਵਾਲੇ ਹੀ ਐਂਗਲ ਹੋਣਗੇ, ਐਦਾਂ ਨਹੀਂ ਵੀ ਜੇ ਤੁਸੀਂ ਇੱਧਰੋਂ ਐਂਗਲ 2 ਚੂਜ਼ ਕਰ ਲਿਆ ਤੇ ਇੱਧਰੋਂ 5 ਕਰ ਲਿਆ, ਇਹ ਕਰੋਸਪੋਂਡਿੰਗ ਐਂਗਲਸ ਨਹੀਂ ਹੁੰਦੇ। ਤਾਂ ਕਰੋਸਪੋਂਡਿੰਗ ਐਂਗਲਸ ਕਿਹੜੇ ਹੋਣਗੇ, ਸਭ ਤੋਂ ਪਹਿਲਾਂ ਹੈਗਾ ਜੀ ਐਂਗਲ 1 ਐਂਡ 5। ਠੀਕ ਹੈ, ਤੇ ਦੂਸਰੀ ਤਰਫ ਤੋਂ ਕਿਹੜਾ ਹੋਊਗਾ ਜੀ ਐਂਗਲ 4 ਐਂਡ ਐਂਗਲ 8।
देखो एक साइड ਨੂੰ ਕਵਰ ਕੀਤਾ 1 ਤੇ 5 4 ਤੇ 8 ਤੇ ਇਧਰਲੀ ਸਾਈਡ ਤੋਂ ਕਿਹੜੇ ਨੇ ਐਂਗਲ 2 ਐਂਡ ਐਂਗਲ 6 ਐਂਗਲ 3 ਐਂਡ ਐਂਗਲ 7 ਯਾਨੀ ਕਿ ਇਹ ਵਾਲੇ ਤੁਹਾਡੇ ਐਂਗਲ ਕਿਹੜੇ ਹੋ ਗਏ ਜੀ ਕਰੋਸਪੋਂਡਿੰਗ ਐਂਗਲਸ ਹੋ ਗਏ। ਤਾਂ ਇਹਦੇ ਵਾਸਤੇ ਰਿਕੁਆਇਰਡ ਹੋਣਾ ਚਾਹੀਦਾ ਵੀ L ਤੇ M ਕੀ ਆ ਦੋ ਪੈਰਲਲ ਲਾਈਨਸ ਹੋਣੀਆਂ ਚਾਹੀਦੀਆਂ ਨੇ ਤੇ N ਕੀ ਆ ਜੀ ਇੱਕ ਟਰਾਂਸਵਰਸਿਸ ਲਾਈਨ ਹੋਣੀ ਚਾਹੀਦੀ ਹੈ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਕੁਐਸਚਨ ਨੰਬਰ यानी कि ये दोनों आपस के विच की होणगे जी बराबर होणगे। एंगल 4 किहदे इक्वल होगा 8 दे, एंगल 1 किहदे इक्वल होगा एंगल 5 दे। जिहड़े ये करॉसपोंडिंग एंगल्स ने ये बराबर होणगे। ठीक है, ये तो जस्ट की मैं इदां मैंशन किया भी एंगल 1 एंगल 5 दे यानी कि दोनों एंगल्स आपस दे विच इक्वल ने। एंगल 2 यानी कि जे L पैरलर है M दे तो एंगल 1 इज इक्वल टू एंगल 5, एंगल 4 इज इक्वल टू एंगल 8, एंगल 2 इज इक्वल टू एंगल 6, एंगल 3 इज इक्वल टू एंगल 7। ठीक है, ये ट्रांसवर्सिस दे की है इक्वल होणगे। नैक्सट गल करते हैं जी आपां अल्टरनेट इंटीरियर एंगल। अल्टरनेट इंटीरियर एंगल दे विच की है जी आपां पहला कर चुके भी दो पैरलल लाइनस दे विचकार जिथे भी एक ट्रांसवर्सिस लाइन कट करूगी उहदे जिथे मैं ये इदां दा डिज़ाइन पा रहा ये वाले एंगल की होणगे जी इक्वल होणगे। देखो जैड फॉर्म बनती है, जैड फॉर्म भी बोलिया जाता ज़्यादातर भी जैड बन रहा जिथे भी तुहाडा जैड बनेगा यानी कि एंगल 3 इज इक्वल टू एंगल 5 एंड जैड देखो उल्टा भी बन रहा एंगल 4 इज इक्वल टू एंगल 6। तो ये वास्ते कंडीशन ये होनी चाहिए जी L है वो पैरलर होनी चाहिए है M दे। ठीक है, तो इत्थे इंटीरियर लिखा सी इहदा मतलब इन्हां लाइनां दे अंदरले पार्ट वाले एंगल्स की गल करते हैं। ठीक है, उस तो बाद जे आपां गल करिए नैक्सट पार्ट दे विच अल्टरनेट एक्सटीरियर। एक्सटीरियर का मतलब देखो फिर आउटसाइड जिहड़े इस दे बाहर एंगल बन रहे ने, बाहर एंगल देखो किस फॉर्म च बननगे। हुण देखो बनूगा तो जैड ओमी मान लो आ जैड तुहाडा इत्थे बन गया, इहदा बाहर वाला एंगल किहड़ा जी एक 1 है, एक किहड़ा एंगल है जी 7 यानी कि एंगल 1 इज इक्वल टू एंगल 7 ते एंगल 2 इज इक्वल टू एंगल 8। ये भी कंडीशन उदों ही लगेगी जदों तुहाडे कोले L पैरलर होगी जी M ते N कोई ट्रांसवर्सिस लाइन होएगी। ट्रांसवर्सिस लाइन मतलब कट कर रही है। एंगल 1 किहदे हो गया जी एंगल 7 दे, एंगल 2 किहदे हो गया जी 8 दे। ये कदों होणगे जदों एक्सटीरियर एंगल तुहानूं मैंशन किया होएगा। तो उस तो बाद आ गया जी जदों लिखिया होवे को इंटीरियर एंगल, को इंटीरियर ਜਾਂ ਤੁਹਾਨੂੰ ਮੈਂਸ਼ਨ ਕੀਤੀ ਹੋਵੇ ਇੰਟੀਰੀਅਰ ਐਂਗਲ ਔਨ ਦਾ ਸੇਮ ਸਾਈਡ ਆਫ ਦਾ ਟਰਾਂਸਵਰਸਿਸ ਲਾਈਨ। ਠੀਕ ਹੈ, ਇਹਦਾ ਮਤਲਬ ਇਹ ਕੀ ਹੋ ਗਿਆ ਜਿਹੜੀ ਆ ਲਾਈਨ ਹੈ ਆ ਲਾਈਨ ਜਾ ਰਹੀ ਹੈ, ਇਹ ਦੋ ਲਾਈਨਸ ਜਾ ਰਹੀਆਂ ਨੇ। ਠੀਕ ਹੈ, ਇਹ ਦੋ ਲਾਈਨਸ ਦੇ ਵਿਚਕਾਰ ਆ ਦੋ ਐਂਗਲ ਬਣ ਰਹੇ ਨੇ ਇੱਕ ਸੇਮ ਸਾਈਡ ਤੇ। ਇਹ ਦੋਨੋਂ ਐਂਗਲ ਦਾ ਸਮ ਜਦੋਂ 180 ਹੋਵੇ, ਫੋਰ ਐਗਜ਼ਾਮਪਲ ਦੀ ਐਂਗਲ 4 ਐਂਡ 5 ਤੇ ਐਂਗਲ 3 एंड एंगल 6 क्योंकि देखो इंटीरियर कहा एक्सटीरियर नहीं कहा तो ये की होएगा जी तुहाडा एंगल 4 प्लस एंगल 5 इज इक्वल टू 180, एंगल 3 प्लस एंगल 6 इज इक्वल टू 180। जदों तुहाडे ये दोनों एंगल का सम 180 बने, को इंटीरियर एंगल उन्होंने बोलिया जाता है भी जिहड़े आ दो एंगल का सम कितना बने 180। दो ट्रांसवर्सिस लाइन के विचकार एक साइड वाले एंगल अंदरले एंगल का सम बने तो उन्होंने बोलते हैं जी आपां को इंटीरियर एंगल। आई होप तुहानूं ये वीडियो वधिया लगी होएगी। जे अगर तुहाडा कोई भी डाउट होवे तो तुसीं कमेंट बॉक्स दे विच मैसेज करके पुछ सकते हो जी। थैंक यू।